देखो जी आप उस दिन डिस्कशन की थी और मैं ਤੁਹਾਨੂੰ ਕਿਹਾ ਸੀ ਕਿ ਸਸਪੈਂਸ ਆਪਾਂ ਕ੍ਰੀਏਟ ਕਰਦੇ ਪਏ ਆ ਸਸਪੈਂਸ ਆਪਾਂ ਕ੍ਰੀਏਟ ਕੀਤਾ ਸੀ ਕਿ ਜਿਹੜਾ ਇੰਟਰਸਟ ਹੈ ਉਹ ਕਿਉਂ ਚਾਰਜ ਕੀਤਾ ਜਾਂਦਾ ਹੈ। ਇੱਕ ਤੇ ਇਹਦੇ ਇਸ ਕੁਐਸਚਨ ਦਾ ਆਨਸਰ ਤੁਹਾਨੂੰ ਮੈਂ ਫਾਈਂਡ ਆਊਟ ਕਰਨ ਦੀ ਕਿਹਾ ਸੀ। ਇੱਕ ਤੁਹਾਨੂੰ ਕਿਹਾ ਸੀ ਕਿ ਡੈਪਰੀਸੀਏਸ਼ਨ ਜਿਹੜਾ ਹੈ ਉਹਦਾ ਮੈਨੂੰ ਕਨਸੈਪਟ ਦੱਸਣਾ ਸਾਰੇ ਨੇ ਹੈਨਾ, ਕਿਉਂਕਿ ਤੁਸੀਂ ਪਲੱਸ 1 ਦੇ ਵਿੱਚ ਅਕਾਊਂਟਸ ਦੇ ਵਿੱਚ ਪੜ੍ਹਿਆ ਡੈਪਰੀਸੀਏਸ਼ਨ, ਤਾਂ ਮੈਨੂੰ ਉਹਦਾ ਕਨਸੈਪਟ ਦੱਸਣਾ ਤੁਸੀਂ। ਹਾਂਜੀ ਪਹਿਲਾਂ ਤਾਂ ਮੈਨੂੰ ਉਸ ਦਿਨ ਕਿਸੇ ਬੱਚੇ ਨੇ ਇੰਟਰਸਟ ਦਾ ਹੀ ਤਾਂ ਗੱਲ ਦੱਸਤੀ ਸੀਗੀ ਹੈਨਾ ਕਿ ਟਾਈਮ ਦੇ ਉੱਤੇ ਬੇਸਡ ਹੁੰਦਾ ਹੈ ਕਨਸੈਪਟ, ਠੀਕ ਹੈ। ਤੇ ਆਪਾਂ ਐਗਜ਼ਾਮਪਲ ਲੈ ਰਹੇ ਸੀ, ਮੈਂ ਉਸ ਐਗਜ਼ਾਮਪਲ ਨੂੰ ਦੱਸਦਾ ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਡੈਪਰੀਸੀਏਸ਼ਨ ਦਾ ਕਨਸੈਪਟ ਦੱਸੋ। ਦੇਖੋ ਵਿਆਜ ਦੀ ਕੀ ਗੱਲ ਕਰਦੇ ਆਪਾਂ, ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਕੋਲ 10,000 ਹੈ, ਠੀਕ ਹੈ ਗੱਲ 10,000 ਹੈ, ਓਨਲੀ 10,000 ਹੀ ਹੈ। ਮੇਰੇ ਦੋਸਤ ਨੇ ਮੈਨੂੰ ਕਿਹਾ, ਕਹਿੰਦਾ ਕਿ ਮੈਨੂੰ 10,000 ਰੁਪਏ ਦੀ ਜ਼ਰੂਰਤ ਹੈ, ਠੀਕ ਹੈ। ਮੈਂ ਕੀ ਕੀਤਾ, ਉਸ ਨੂੰ ਆਪਣੇ 10 ਦੇ 10,000 ਦੇ ਦਿੱਤੇ। ਮੈਨੂੰ ਵੀ ਲੋੜ ਸੀ, ਮੈਂ ਵੀ ਉਹੀ ਚੀਜ਼ ਖਰੀਦਣੀ ਸੀ ਜੋ ਉਹਨੇ ਖਰੀਦਣੀ ਸੀ, ਪਰ ਮੈਂ ਮਤਲਬ ਸੇਵਾ ਭਾਵੀ ਬੰਦਾ ਥੋੜਾ ਜਿਹਾ, ਮੈंने ਕੀ ਕੀਤਾ ਆਪਦਾ 10,000 ਰੁਪਇਆ ਸਾਰਾ ਆਪਣੇ ਦੋਸਤ ਨੂੰ ਦੇਤਾ। ਉਹਨੇ ਉਹ ਚੀਜ਼ ਖਰੀਦ ਲਈ ਬਟ ਮੈਂ ਰਹਿ ਗਿਆ, ਮੈਂ ਉਹ ਚੀਜ਼ ਖਰੀਦ ਨਹੀਂ ਸਕਿਆ। ਕਿਉਂ? ਕਿਉਂਕਿ ਮੈंने ਤਾਂ ਸਾਰੇ ਦੇ ਸਾਰੇ ਪੈਸੇ ਕਿਹਨੂੰ ਦਿੱਤੇ, ਆਪਣੇ ਦੋਸਤ ਨੂੰ ਦਿੱਤੇ, ਠੀਕ ਹੈ। ਉਹ ਕਹਿੰਦਾ ਮੈਂ ਤੈਨੂੰ ਸਾਲ ਬਾਅਦ ਦੇ ਦੂੰਗਾ, ਠੀਕ ਹੈ। ਉਹਨੇ ਮੈਨੂੰ ਕੀ ਕਿਹਾ ਕਿ ਮੈਂ ਤੈਨੂੰ ਪੈਸੇ ਸਾਲ ਬਾਅਦ ਦੇ ਦੂੰਗਾ। 10% ਵਿਆਜ ਸੀਗਾ ਉਹਦੇ, ਚਲੋ ਵਿਆਜ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ, 10% ਵਿਆਜ ਸੀ, ਠੀਕ ਹੈ। ਹੁਣ ਅਲਟੀਮੇਟਲੀ ਸਾਲ ਬਾਅਦ ਉਹ ਬੰਦੇ ਨੇ ਮੈਨੂੰ 10,000 ਰੁਪਏ ਦਿੱਤਾ। ਸਾਲ ਬਾਅਦ ਮੈਨੂੰ ਕੀ ਦਊਗਾ 10,000 ਰੁਪਏ, ਕਿਉਂਕਿ ਹਜੇ ਤਾਂ ਵਿਆਜ ਦਾ ਕਨਸੈਪਟ ਓਰੀਜਿਨੇਟ ਹੀ ਨਹੀਂ ਹੋਇਆ, ਆਪਾਂ ਵਿਆਜ ਦਾ ਕਨਸੈਪਟ ਬਾਹਰ ਕੱਢ ਰਹੇ ਹਾਂ, ਠੀਕ ਹੈ ਗੱਲ। ਤਾਂ ਅਲਟੀਮੇਟਲੀ 10,000 ਲਏ ਸੀ ਤਾਂ 10,000 ਹੀ ਵਾਪਿਸ ਕਰੂਗਾ, ਠੀਕ ਹੈ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜਿਹੜੀ ਚੀਜ਼ ਮੈਂ ਸਾਲ ਪਹਿਲਾਂ ਖਰੀਦਣੀ ਸੀਗੀ ਮੈਂ ਅੱਜ ਖਰੀਦ ਲੈਣਾ। ਉਹ ਜਦੋਂ ਮੈਂ ਬਾਜ਼ਾਰ 'ਚ ਗਿਆ ਮੈਨੂੰ ਦੁਕਾਨਦਾਰ ਕਹਿੰਦਾ ਕਿ ਤੁਹਾਨੂੰ ਇਹ ਚੀਜ਼ 10,000 ਦੀ ਨਹੀਂ 11,000 ਦੀ ਮਿਲੂਗੀ, ਕਿਉਂਕਿ ਇਹ 10,000 ਪਿਛਲੇ ਸਾਲ ਸੀਗਾ ਰੇਟ। ਅੱਜ ਕਿੰਨਾ ਰੇਟ ਹੈ? 11,000। ਅੱਜ ਕਿੰਨਾ ਰੇਟ ਹੈ? 11,000। ਚੀਜ਼ ਤਾਂ ਮਹਿੰਗੀ ਹੋ ਗਈ, ਮੈਂ ਉਸ ਚੀਜ਼ ਨੂੰ ਖਰੀਦ ਨਹੀਂ ਸਕਦਾ ਹੁਣ। ਕਿਉਂ ਨਹੀਂ ਖਰੀਦ ਸਕਦਾ? ਕਿਉਂਕਿ ਉਸ ਚੀਜ਼ ਦੀ ਜਿਹੜੇ ਰੇਟ ਨੇ ਉਹ ਵੱਧ ਗਏ, ਠੀਕ ਹੈ ਗੱਲ। ਤਾਂ ਹੁਣ ਮੈਂ ਆਪਣੇ ਦੋਸਤ ਨੂੰ ਕੀ ਕਹੂੰਗਾ ਵੀ ਦੇਖ ਵੀ ਜੇ ਮੈਂ ਸਾਲ ਪਹਿਲਾਂ ਖਰੀਦ ਲੈਂਦਾ ਮੈਨੂੰ ਇਹ ਚੀਜ਼ 10,000 ਦੀ ਮਿਲ ਜਾਂਦੀ, ਠੀਕ ਹੈ। ਜਿਹੜੀ ਚੀਜ਼ ਤੂੰ ਸਾਲ ਪਹਿਲਾਂ ਖਰੀਦ ਲਈ, ਜੇ ਮੈਂ ਖਰੀਦ ਲੈਂਦਾ ਮੈਨੂੰ ਵੀ 10,000 ਦੀ ਮਿਲ ਜਾਂਦੀ, ਪਰ ਅੱਜ ਮੈਨੂੰ ਚੀਜ਼ ਕਿੰਨੇ ਦੀ ਪੈ ਰਹੀ ਹੈ? 11,000 ਦੀ। ਉਹ ਕਹਿੰਦਾ ਤੂੰ ਰੋ ਨਾ, ਠੀਕ ਹੈ, ਤੈਨੂੰ ਮੈਂ ਦੇ ਦਿੰਦਾ ਜਿਹੜੇ ਐਕਸਟਰਾ ਲੱਗੇ ਤੇਰੇ। ਉਹ ਕਿੰਨੇ ਲੱਗੇ ਆ? 10%। ਇਸ 10% ਨੂੰ ਅਸੀਂ ਕੀ ਕਹਿੰਦੇ ਆ? ਵਿਆਜ ਕਹਿੰਦੇ ਆ, ਇੰਟਰਸਟ ਕਹਿੰਦੇ ਆ, ਠੀਕ ਹੈ। ਡਿਊ ਟੂ ਡਿਕਰੀਜ਼ ਇਨ ਵੈਲਿਊ ਆਫ ਮਨੀ, ਪੈਸੇ ਦਾ ਜਿਹੜਾ ਮੁੱਲ ਹੈ ਉਹਦਾ ਗਿਰਨਾ। ਕਾਹਦੇ ਕਰਕੇ ਪੈਸੇ ਦਾ ਮੁੱਲ ਗਿਰਿਆ? ਡਿਊ ਟੂ ਦਾ ਟਾਈਮ ਪੀਰੀਅਡ। ਟਾਈਮ ਦੇ ਹਿਸਾਬ ਦੇ ਨਾਲ, ਪਾਸੇਜ ਆਫ ਟਾਈਮ ਦੇ ਨਾਲ ਪੈਸੇ ਦਾ ਮੁੱਲ ਜਦੋਂ ਗਿਰ ਜਾਂਦਾ ਹੈ ਅਸੀਂ ਉਸ ਨੂੰ ਕੀ ਬੋਲਦੇ ਹਾਂ? ਵਿਆਜ ਕਹਿੰਦੇ ਹਾਂ। ਕਲੀਅਰ ਹੈ ਸਾਰਿਆਂ ਨੂੰ? ਔਰ ਉਹ ਵਿਆਜ ਚਾਰਜ ਹੀ ਇਸ ਕਰਕੇ ਕੀਤਾ ਜਾਂਦਾ ਬਿਕੋਜ਼ देयर इज अ ਟਾਈਮ ਗੈਪ, ਠੀਕ ਹੈ ਗੱਲ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਹੈ? ਟਾਈਮ ਗੈਪ। ਕਲੀਅਰ ਹੈ ਸਾਰਿਆਂ ਨੂੰ? ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ, ਅਗਰ ਤੁਹਾਨੂੰ ਕੋਈ ਪੁੱਛੇ ਕਿ ਵਿਆਜ ਕਿਉਂ ਚਾਰਜ ਕੀਤਾ ਜਾਂਦਾ ਤਾਂ ਦਿਸ ਇਜ਼ ਦਾ ਆਨਸਰ, ਠੀਕ ਹੈ ਗੱਲ। ਉਸ ਤੋਂ ਬਾਅਦ ਇਸ ਕੁਐਸਚਨ ਤੋਂ ਬਾਅਦ ਆਪਾਂ ਨੈਕਸਟ ਗੱਲ ਕਰਦੇ ਹਾਂ ਡੈਪਰੀਸੀਏਸ਼ਨ ਦੀ। ਡੈਪਰੀਸੀਏਸ਼ਨ ਬਾਰੇ ਕੋਈ ਥੋੜਾ ਬਹੁਤ ਜਾਣਕਾਰੀ ਜਾਂ ਕੋਈ ਗਿਆਨ ਹੈ ਤੁਹਾਨੂੰ ਡੈਪਰੀਸੀਏਸ਼ਨ ਦਾ? ਤਾਂ ਦੱਸੋ। ਪਹਿਲਾਂ ਤਾਂ ਡੈਪਰੀਸੀਏਸ਼ਨ ਤੁਹਾਨੂੰ ਸਭ ਨੂੰ ਪਤਾ ਹੈ ਕੀ ਹੈ? ਐਸੈਟ ਦੀ ਵੈਲਿਊ ਦਾ ਡਿੱਗਣਾ ਹੈ ਨਾ। ਜਿਵੇਂ ਜਿਵੇਂ ਤੁਸੀਂ ਉਸ ਐਸੈਟ ਨੂੰ ਯੂਜ਼ ਕਰਦੇ ਰਹੋਗੇ ਤਾਂ ਉਸ ਐਸੈਟ ਦੀ ਵੈਲਿਊ ਡਿਕਰੀਜ਼ ਹੁੰਦੀ ਰਹਿੰਦੀ ਹੈ ਵਿਦ ਦਾ ਪਾਸੇਜ ਆਫ ਟਾਈਮ, ਠੀਕ ਹੈ ਗੱਲ। ਦੈਟ ਇਜ਼ ਕਾਲਡ ਡੈਪਰੀਸੀਏਸ਼ਨ, ਠੀਕ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਇਹੀ ਹੈ, ਤੁਸੀਂ ਅੱਜ ਮੋਬਾਈਲ ਫੋਨ ਲਿਆਓ, ਠੀਕ ਹੈ। ਉਹ ਮੋਬਾਈਲ ਫੋਨ ਤੁਹਾਡਾ 15,000 ਦਾ ਹੈ, ਤੁਸੀਂ ਉਹਦੀ ਪੈਕਿੰਗ ਖੋਲ ਦਿਓ, ਉਹ 13 ਤੋਂ ਵੱਧ ਵਿਕਦਾ ਨਹੀਂ, 13, 13.5, 14, ਉਸ ਤੋਂ ਵੱਧ ਨਹੀਂ ਵਿਕਦਾ, ਠੀਕ ਹੈ ਗੱਲ। ਕਿਉਂ? ਪੈਕਿੰਗ ਖੁੱਲੀ ਦਾ ਹੀ ਇੰਨਾ ਮੁੱਲ ਹੈ, ਤੁਹਾਡਾ ਹੱਥ ਲੱਗ ਗਿਆ ਨਾ, ਘਸ ਗਿਆ ਫੋਨ, ਠੀਕ ਹੈ, ਚਾਹੇ ਤੁਸੀਂ ਚਲਾਇਆ ਚਾਹੇ ਨਹੀਂ ਚਲਾਇਆ। ਤਾਂ ਇਟ ਮੀਨਸ ਕੀ ਹੈ? ਦੈਟ ਇਜ਼ ਕਾਲਡ ਡੈਪਰੀਸੀਏਸ਼ਨ, ਕਿਉਂਕਿ ਉਸ ਦੀ ਵੈਲਿਊ ਘਟ ਗਈ, ਠੀਕ ਹੈ। ਹੁਣ ਦੋ ਵਰਡ ਸਿੱਖਣੇ, ਕਮਰਸ ਦੇ ਵਰਡ ਹੈ, ਇੱਕ ਹੈਗਾ ਡੈਪਰੀਸੀਏਸ਼ਨ, ਇੱਕ ਹੁੰਦਾ ਐਪਰੀਸੀਏਸ਼ਨ। ਜੇ ਤੁਸੀਂ ਕਮਰਸ ਦੇ ਸਟੂਡੈਂਟ ਹੋ ਔਰ ਤੁਸੀਂ ਐਡਮਿਸ਼ਨ ਵਾਲਾ ਚੈਪਟਰ ਕਰ ਲਿਆ ਤਾਂ ਐਡਮਿਸ਼ਨ ਵਾਲੇ ਚੈਪਟਰ ਦੇ ਵਿੱਚ ਦੋਨੇ ਵਰਡ ਆਉਂਦੇ ਆ, ਲੈਂਡ ਐਂਡ ਮਸ਼ੀਨਰੀ, ਲੈਂਡ ਐਂਡ ਬਿਲਡਿੰਗ ਇਜ਼ ਐਪਰੀਸ਼ੀਏਟਡ ਬਾਈ 10%, ਠੀਕ ਹੈ ਗੱਲ। ਲੈਂਡ ਐਂਡ ਬਿਲਡਿੰਗ ਡੈਪਰੀਸ਼ੀਏਟਡ ਬਾਈ 10%। ਰੀਵੈਲੂਏਸ਼ਨ ਅਕਾਊਂਟ ਦੀ ਡੈਬਿਟ ਔਰ ਕ੍ਰੈਡਿਟ ਸਾਈਡ ਤੁਸੀਂ ਬੈਲੈਂਸ ਕਰਦੇ ਹੋ ਕਿ ਨਹੀਂ ਕਰਦੇ, ਠੀਕ ਹੈ ਗੱਲ। ਤੇ ਇਸ ਕਰਕੇ ਕੀ ਹੈ? ਡੈਪਰੀਸੀਏਸ਼ਨ ਮਤਲਬ ਹੁੰਦਾ ਹੈ ਡਿਕਰੀਜ਼ ਹੋਣਾ ਔਰ ਐਪਰੀਸੀਏਸ਼ਨ ਮਤਲਬ ਹੁੰਦਾ ਹੈ ਵਧਣਾ, ਠੀਕ ਹੈ ਗੱਲ। ਤਾਂ ਉਸ ਤੋਂ ਬਾਅਦ ਇੰਨਾ ਕੰਮ ਕਰ ਲਿਆ ਤਾਂ ਡੈਪਰੀਸੀਏਸ਼ਨ ਦਾ ਮਤਲਬ ਹੁੰਦਾ ਹੈ ਵੈਲਿਊ ਦਾ ਘਟਣਾ। ਹੁਣ ਮੇਰੇ ਧਿਆਨ ਨਾਲ ਕਨਸੈਪਟ ਸੁਣਨਾ ਹੈ,
ਆਪਣਾ ਇੱਕ ਪ੍ਰੋਫਿਟ ਐਂਡ ਲਾਸ ਅਕਾਊਂਟ ਸੀ, ਹੈਗਾ ਸੀ, ਹੁਣ ਵੀ ਹੈਗਾ। ਠੀਕ ਹੈ, ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਡੈਬਿਟ ਸਾਈਡ ਦੇ ਉੱਤੇ ਖਰਚਾ ਪੈਂਦਾ ਹੈ ਟੂ ਡੈਪਰੀਸੀਏਸ਼ਨ ਔਨ ਮਸ਼ੀਨਰੀ, ਪੈਂਦਾ ਕਿ ਨਹੀਂ ਪੈਂਦਾ? ਬਿਲਕੁਲ। ਪਰ ਮੈਨੂੰ ਇੱਕ ਗੱਲ ਦੱਸੋ, ਤੁਸੀਂ +1 'ਚ ਇਹ ਚੀਜ਼ ਪੜ੍ਹੀ ਹੋਣੀ ਹੈ ਕਿ ਡੈਪਰੀਸੀਏਸ਼ਨ ਇਜ਼ ਨॉन ਕੈਸ਼। ਡੈਪਰੀਸੀਏਸ਼ਨ ਖਰਚਾ ਜਿਹੜਾ ਨॉन ਕੈਸ਼ ਖਰਚਾ ਹੈ। ਜੇ ਡੈਪਰੀਸੀਏਸ਼ਨ ਨॉन ਕੈਸ਼ ਹੈ ਤਾਂ ਇੱਕ ਤਰ੍ਹਾਂ ਦਾ ਜਵਾਬ ਦੇਣਾ ਫਿਰ ਤੁਸੀਂ ਇੱਥੇ ਨॉन ਕੈਸ਼ ਖਰਚੇ ਹੀ ਪਾਈ ਜਾਂਦੇ ਹੋ, ਹੈ ਕਿ ਨਹੀਂ? ਤੁਸੀਂ ਨॉन ਕੈਸ਼ ਖਰਚੇ ਰਿਕਾਰਡ ਕਰ ਸਕਦੇ ਹੋ, ਜਿਹੜਾ ਖਰਚਾ ਹੀ ਨਹੀਂ ਹੋਇਆ ਕਦੇ, ਕਿ ਉਹਨੂੰ ਤੁਸੀਂ ਪਾ ਸਕਦੇ ਹੋ? ਨਹੀਂ ਪਾ ਸਕਦੇ। ਠੀਕ ਹੈ ਗੱਲ। ਡੈਪਰੀਸੀਏਸ਼ਨ ਨॉन ਕੈਸ਼ ਹੈ, ਪਰ ਆਪਾਂ ਕੀ ਕਰਦੇ ਹਾਂ ਨਾ, ਇੱਥੇ ਇੱਕ ਸੈਪਰੇਟ ਗੱਲਾ ਲਾ ਲੈਂਦੇ ਹਾਂ, ਸਮਝ ਗਏ? ਇਹ ਸੈਪਰੇਟ ਗੱਲਾ ਹੈ। ਸੈਪਰੇਟ ਗੱਲੇ ਦੇ ਵਿੱਚ ਕੀ ਤੁਸੀਂ ਨਾਮ ਰੱਖਿਆ ਉਸਦਾ? ਡੈਪਰੀਸੀਏਸ਼ਨ ਫੰਡ। ਡੈਪਰੀਸੀਏਸ਼ਨ ਫੰਡ। ਤੁਸੀਂ ਕੀ ਕੀਤਾ, ਜਿਹੜਾ ਆਹ ਪੈਸਾ ਹੈ ਪ੍ਰੋਫਿਟ ਚੋਂ ਕੱਢਿਆ, ਇਸ ਗੱਲੇ ਦੇ ਵਿੱਚ ਪਾਤਾ, ਹੌਲੀ ਹੌਲੀ ਕਰਕੇ ਇਹ ਗੱਲਾ ਜਿਹੜਾ ਹੈਗਾ ਭਰ ਜੂਗਾ। ਠੀਕ ਹੈ ਗੱਲ। ਇਹ ਗੱਲਾ ਭਰਨ ਦਾ ਮਕਸਦ ਕੀ ਹੈ ਉਹ ਦੇਖੋ ਮਸ਼ੀਨਰੀ ਦੀ ਵੈਲਿਊ, ਅੱਜ ਤੁਸੀਂ ਕੋਈ ਮਸ਼ੀਨ ਖਰੀਦ ਲਈ, ਉਹਦੀ ਲਾਈਫ 10 ਸਾਲ ਹੈ, ਸਮਝ ਗਏ? ਉਹਦੀ ਲਾਈਫ ਕੀ ਹੈ? 10 ਸਾਲ ਹੈ। ਮਸ਼ੀਨ 10 ਸਾਲ ਚੱਲੂਗੀ, 10 ਸਾਲ ਬਾਅਦ ਤਾਂ ਵੇਚਣੀ ਪਊ, 10 ਸਾਲ ਬਾਅਦ ਤਾਂ ਵੇਚਣੀ ਪਊਗੀ ਨਾ, ਕਿਉਂਕਿ ਮਸ਼ੀਨ ਦੀ ਐਫੀਸ਼ੀਐਂਸੀ ਖਤਮ ਹੋ ਜੂ, ਕਪੈਸਿਟੀ ਖਤਮ ਹੋ ਜੂ ਕੰਮ ਕਰਨ ਦੀ। ਇਸ ਕਰਕੇ 10 ਸਾਲ ਬਾਅਦ ਤੁਹਾਨੂੰ ਮਸ਼ੀਨ ਰਿਪਲੇਸ ਕਰਨੀ ਪਊਗੀ ਵਿਦ ਦਾ ਨਿਊ ਵਨ। ਠੀਕ ਹੈ ਗੱਲ। ਜਦੋਂ ਤੁਸੀਂ ਉਹ ਮਸ਼ੀਨ ਰਿਪਲੇਸ ਕਰੋਗੇ ਤਾਂ ਤੁਹਾਨੂੰ ਪੈਸੇ ਦੀ ਲੋੜ ਹੈ, ਫਿਰ ਲੋਨ ਲੈ ਲਓਗੇ। 10 ਸਾਲ ਉਹ ਲੋਨ ਨਹੀਂ ਚੁਕਾਇਆ ਜਾਣਾ, ਫਿਰ ਉਹੀ ਆਈ ਨਾ, ਮਤਲਬ ਤੁਸੀਂ ਸਾਰੀ ਉਮਰ ਲੋਨ ਹੀ ਨਹੀਂ ਚੱਲੋਗੇ। ਨਹੀਂ, ਇਸ ਕਰਕੇ ਉਹ ਕਹਿੰਦੇ ਜਿਹੜਾ ਤੁਸੀਂ ਪ੍ਰੋਫਿਟ ਕਮਾ ਰਹੇ ਹੋ ਨਾ, ਉਹਦੇ ਵਿੱਚੋਂ ਥੋੜਾ ਪੈਸਾ ਹਰ ਸਾਲ ਡੈਪਰੀਸੀਏਸ਼ਨ ਫੰਡ ਦੇ ਨਾਮ ਨਾਲ ਕੱਢ ਲਓ ਔਰ ਉਹਨੂੰ ਸੈਪਰੇਟ ਗੱਲੇ ਵਿੱਚ ਇਕੱਠੇ ਕਰੀ ਜਾਓ। ਠੀਕ ਹੈ ਗੱਲ। ਉਸ ਪੈਸੇ ਨੂੰ, ਜਿਹੜਾ ਪੈਸਾ ਉਹ ਇਸ ਫੰਡ ਅਕਾਊਂਟ ਦੇ ਵਿੱਚ ਜਮ੍ਹਾਂ ਹੁੰਦਾ ਹੈ, ਉਹਨੂੰ ਅਸੀਂ ਡੈਪਰੀਸੀਏਸ਼ਨ ਰਿਜ਼ਰਵ ਫੰਡ ਕਹਿੰਦੇ ਹਾਂ। ਸਮਝ ਗਏ ਗੱਲ? ਤਾਂ ਕਿ ਪੈਸੇ ਦਾ ਜਿਹੜਾ ਅਚਾਨਕ ਬਰਡਨ ਹੈ, ਠੀਕ ਹੈ ਨਾ, ਆਫਟਰ ਦਾ ਲਾਈਫ ਆਫ ਦਾ ਐਸੈਟ, ਜਦੋਂ ਐਸੈਟ ਦੀ ਲਾਈਫ ਖਤਮ ਹੋ ਗਈ ਉਦੋਂ ਸਾਡੇ ਤੇ ਬਰਡਨ ਨਾ ਬਣੇ, ਅਸੀਂ ਇਸ ਪੈਸੇ ਦਾ ਯੂਜ਼ ਕਰਕੇ ਕੀ ਕਰ ਲਈਏ, ਆਪਣੀ ਐਸੈਟ ਨੂੰ ਰਿਪਲੇਸ ਕਰ ਲਈਏ। ਸਮਝ ਗਏ? ਇਸ ਕਰਕੇ ਅਸੀਂ ਕੀ ਕ੍ਰੀਏਟ ਕਰਦੇ ਹਾਂ? ਡੈਪਰੀਸੀਏਸ਼ਨ ਫੰਡ ਕ੍ਰੀਏਟ ਕਰਦੇ ਹਾਂ। ਇਜ਼ ਇਟ ਕਲੀਅਰ? ਠੀਕ ਹੈ ਜੀ। ਫੰਡ ਕ੍ਰੀਏਟ ਕਰਨ ਦਾ ਮਤਲਬ ਪਤਾ ਚੱਲ ਗਿਆ। ਫਿਰ ਪਤਾ ਕੀ ਕਰਦੇ ਆ ਕੰਪਨੀ ਵਾਲੇ, ਹੋਰ ਵੀ ਪੈਸਾ ਕਮਾਉਂਦੇ ਆ। ਫੰਡ ਦੇ ਵਿੱਚ ਜਿਹੜਾ ਪੈਸਾ ਜਮ੍ਹਾਂ ਹੈ ਇਹਨੂੰ ਕਿਤੇ ਨਾ ਕਿਤੇ ਇਨਵੈਸਟ ਕਰ ਦਿੰਦੇ ਆ। ਇਨਵੈਸਟਮੈਂਟ ਕਰਨਗੇ ਤਾਂ ਪ੍ਰੋਫਿਟ ਵੀ ਆਊਗਾ, ਹੈ ਨਾ, ਇੰਟਰਸਟ ਵੀ ਆਊਗਾ, ਉਹ ਵਿਆਜ ਫਿਰ ਇਸੇ ਖਾਤੇ 'ਚ ਹੀ ਪਾ ਦਿੰਦੇ ਆ। ਸਮਝ ਗਏ? ਜਿਹਦੇ ਨਾਲ ਜੇ ਸਮੇਂ ਦੇ ਨਾਲ ਟਾਈਮ ਦੀ ਵੈਲਿਊ ਚੇਂਜ ਵੀ ਹੁੰਦੀ ਹੈ ਤਾਂ ਵੀ ਰਿਪਲੇਸਮੈਂਟ ਕਰਨ 'ਚ ਦਿੱਕਤ ਨਹੀਂ ਹੁੰਦੀ। ਸਮਝ ਗਏ? ਇਹ ਕਨਸੈਪਟ ਨਾ ਸਾਰੇ ਬਹੁਤ ਵਧੀਆ ਕਨਸੈਪਟ ਨੇ। ਇਹਨਾਂ ਨੂੰ ਤੁਸੀਂ ਨਾ ਬੀਕਾਮ 'ਚ ਜਾਂ ਇਹਨਾਂ ਨੂੰ ਤੁਸੀਂ ਹੁਣ +2 ਦੇ ਵਿੱਚ ਇੱਕ ਚੈਪਟਰ ਹੈ ਇੱਥੇ ਤੁਹਾਡਾ ਹੁਣ ਤੋਂ ਕੱਟਿਆ ਗਿਆ। ਠੀਕ ਹੈ ਗੱਲ। ਸਿਲੇਬਸ 'ਚੋਂ ਕੱਟਤਾ ਉਹਨੇ ਬੋਰਡ ਨੇ। ਠੀਕ ਹੈ ਗੱਲ। ਤਾਂ ਇਸ ਕਰਕੇ ਕੀ ਹੈ ਨਾ, ਉਹ ਵਾਲੇ ਜਿਹੜੇ ਟੌਪਿਕ ਨੇ ਉਹ ਵੈਸੇ ਇੰਪੋਰਟੈਂਟ ਸੀਗੇ। ਹੁਣ ਦੇਖੋ ਜਿੱਥੇ ਜਿਹੜਾ ਤੁਸੀਂ ਆ ਫੰਡ ਕ੍ਰੀਏਟ ਕੀਤਾ ਹੈ, ਇਹਦੇ ਉੱਤੇ ਵਿਆਜ ਆਊਗਾ, ਉਹ ਵੀ ਇਹਦੇ ਵਿੱਚ ਜਮ੍ਹਾਂ ਹੋ ਗਿਆ, ਔਰ ਸਾਰੇ ਦਾ ਸਾਰਾ ਪੈਸਾ 10 ਸਾਲ ਬਾਅਦ ਗੱਲੇ 'ਚੋਂ ਕੱਢੋਗੇ ਔਰ ਇੱਕ ਨਵੀਂ ਮਸ਼ੀਨ ਲਿਆ ਕੇ ਆਪਣੇ ਬਿਜ਼ਨਸ 'ਚ ਇੰਸਟਾਲ ਕਰੋਗੇ। ਠੀਕ ਹੈ। ਤਾਂ ਇਹ ਸਾਡਾ ਕਨਸੈਪਟ ਹੈ ਸਾਰਾ, ਡੈਪਰੀਸੀਏਸ਼ਨ ਦਾ ਵੀ ਤੇ ਡੈਪਰੀਸੀਏਸ਼ਨ ਰਿਜ਼ਰਵ ਫੰਡ ਦਾ ਵੀ। ਠੀਕ ਹੈ, ਕਲੀਅਰ ਹੈ ਸਾਰਿਆਂ ਨੂੰ? ਡੈਪਰੀਸੀਏਸ਼ਨ ਦਾ ਮਤਲਬ ਕਲੀਅਰ ਹੋ ਜਾਣਾ। ਹੁਣ ਦੇਖੋ ਡੈਪਰੀਸੀਏਸ਼ਨ ਦੇ ਕਈ ਕਾਰਨ ਹੋ ਸਕਦੇ ਆ। ਜਾਂ ਤਾਂ ਡੈਪਰੀਸੀਏਸ਼ਨ ਮਸ਼ੀਨਰੀ ਦੀ ਟੁੱਟ ਭੱਜ ਕਰਕੇ ਹੋਗੀ, ਜਾਂ ਫਿਰ ਹੜ੍ਹ ਆ ਗਏ, ਜਾਂ ਕਿਸੇ ਵੀ ਹਿਊਮਨ ਐਕਟੀਵਿਟੀ ਕਰਕੇ ਕਿਸੇ ਚੀਜ਼ ਦੀ ਵੈਲਿਊ ਡਿੱਗ ਗਈ। ਕੋਈ ਵੀ ਕਾਰਨ ਹੋ ਸਕਦਾ ਹੈ। ਜਿਹੜੇ ਵੀ ਕਾਰਨ ਨੇ ਉਹਨਾਂ ਨੂੰ ਆਪਾਂ ਥੋੜੇ ਟਾਈਮ ਦੇ ਵਿੱਚ ਹੀ ਪੜ੍ਹਦੇ ਹਾਂ, ਬਾਅਦ 'ਚ ਪੜ੍ਹਾਂਗੇ ਲਾਸਟ ਤੇ ਕਿਹੜੇ ਕਾਰਨ ਹੋ ਸਕਦੇ ਆ। ਠੀਕ ਹੈ। ਜਾਂ ਹੋ ਸਕਦਾ ਹੈ ਟੈਕਨੋਲੋਜੀ ਬਦਲ ਜੇ, ਤੁਹਾਡੀ ਚੀਜ਼ ਦੀ ਵੈਲਿਊ ਫਿਰ ਵੀ ਘੱਟ ਜੂਗੀ। ਹੁਣ ਜਦੋਂ ਕਿਸੇ ਮੋਬਾਈਲ ਫੋਨ ਦਾ ਕੋਈ ਮਾਡਲ ਬੰਦ ਹੁੰਦਾ ਹੈ, ਕਿੰਨਾ ਘੱਟ ਕੇ ਵਿਕਦਾ ਉਹ, ਲੈਂਦਾ ਕੋਈ? ਲੈਂਦਾ। ਕਿਉਂ ਨਹੀਂ ਲੈਂਦਾ? ਕਿਉਂਕਿ ਪਤਾ ਹੈ ਉਹਨੂੰ ਕਹਾਣੀ ਵਿਕਣਾ। ਸਮਝ ਗਏ ਗੱਲ? ਇਸ ਕਰਕੇ ਜਦੋਂ ਵੀ ਕੋਈ ਮਾਡਲ ਬੰਦ ਹੋ ਜਾਂਦਾ ਹੈ, ਯਾਨੀ ਕਿ ਮਾਡਲ ਬੰਦ ਕਦੋਂ ਹੁੰਦਾ? ਜਦੋਂ ਟੈਕਨੋਲੋਜੀ ਆਊਟਡੇਟ ਹੋ ਜਾਂਦੀ ਹੈ। ਠੀਕ ਹੈ। ਹੁਣ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ 4G ਵਾਲੇ ਫੋਨਸ ਵਿਕਣੇ ਬੰਦ ਹੋ ਜਾਣਗੇ, ਹੁਣ 5G ਸ਼ੁਰੂ ਹੋ ਜਾਊਗਾ। ਠੀਕ ਹੈ ਗੱਲ। ਹੁਣ ਜੇ ਕੋਈ ਵੀ ਬੱਚਾ ਨਵਾਂ ਫੋਨ ਪਰਚੇਜ਼ ਕਰਦਾ ਤਾਂ ਉਹ 5G ਵਾਲਾ ਹੀ ਪਰਚੇਜ਼ ਕਰੋ। ਠੀਕ ਹੈ। ਕਿਉਂਕਿ 4G ਦਾ ਟ੍ਰੈਂਡ ਖਤਮ ਹੋਣ ਵਾਲਾ ਬਹੁਤ ਜਲਦੀ। ਠੀਕ ਹੈ ਗੱਲ। ਉਸ ਤੋਂ ਬਾਅਦ ਦੇਖੋ ਆਹ ਕਨਸੈਪਟ ਸਾਰਿਆਂ ਨੂੰ ਕਲੀਅਰ ਹੋ ਗਿਆ ਡੈਪਰੀਸੀਏਸ਼ਨ ਦਾ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਇਨਵੈਸਟਮੈਂਟ ਦੀ। ਤੁਹਾਨੂੰ ਮੈਂ ਇਨਵੈਸਟਮੈਂਟ ਦਾ ਮਤਲਬ ਦੱਸਿਆ ਕਿ ਨਹੀਂ ਦੱਸਿਆ? ਪਹਿਲਾਂ ਕੀ ਮਤਲਬ ਹੈ ਇਨਵੈਸਟਮੈਂਟ ਦਾ? ਨਵੀਂ ਥਾਂ ਤੇ ਪੈਸਾ ਲਾਉਣਾ।
ਦੱਸਿਆ ਸੀ ਨਾ ਇਹ ਨਵੀਂ ਥਾਂ ਤੇ ਪੈਸਾ ਲਾਉਣਾ, ਕਿਸੇ ਪੁਰਾਣੀ ਥਾਂ ਤੇ ਪੈਸਾ ਲਾਉਣ ਨੂੰ ਇਨਵੈਸਟ ਨਹੀਂ ਕਹਿੰਦੇ, ਇਨਵੈਸਟਮੈਂਟ ਨਹੀਂ ਕਹਿੰਦੇ। ਮੇਰੇ ਲਈ ਇਨਵੈਸਟਮੈਂਟ ਹੈ ਬਟ ਇਕਨੋਮੀ ਲਈ ਇਨਵੈਸਟਮੈਂਟ ਉਹ ਨਹੀਂ ਹੈ। ਕਲੀਅਰ ਹੈ? ਹੁਣ ਦੇਖੋ ਇਨਵੈਸਟਮੈਂਟ ਦਾ ਇੱਕ ਮਤਲਬ ਹੋਰ ਮੈਂ ਤੁਹਾਨੂੰ ਦੱਸਦਾ। ਅੱਜ ਤੁਹਾਡੇ ਕੋਲ ਫਿਕਸਡ ਐਸੈਟ 10 ਲੱਖ ਦੀ ਹੈ, ਠੀਕ ਹੈ ਗੱਲ, ਅੱਜ ਤੁਹਾਡੇ ਕੋਲ ਫਿਕਸਡ ਐਸੈਟ ਕੀ ਹੈ 10 ਲੱਖ ਦੀ ਹੈ। ਯਾਨੀ ਕਿ ਮੈਂ ਕਹਿੰਦਾ ਤੁਹਾਡੇ ਕੋਲ ਜਿਹੜੀ ਕੈਪੀਟਲ ਹੈ ਨਾ, ਕੈਪੀਟਲ ਮੈਂ ਵਰਡ ਦੇਖੋ ਕਿਹੜੇ ਕਿਹੜੇ ਯੂਜ਼ ਕਰ ਰਿਹਾ, ਕੈਪੀਟਲ ਹੈ ਨਾ ਇਹ 10 ਲੱਖ ਦੀ ਹੈ, ਠੀਕ ਹੈ ਗੱਲ। ਸਾਲ ਦੇ ਐਂਡ ਤੇ ਤੁਸੀਂ ਦੇਖਿਆ ਤਾਂ ਤੁਹਾਡੇ ਕੋਲ ਕੀ ਸੀਗੀ 12 ਲੱਖ ਦੀ ਸੀਗੀ। ਜਿਹੜਾ ਚੇਂਜ ਆਇਆ ਇਨਕਰੀਜ਼ ਇਨ ਦਾ ਸਟਾਕ ਆਫ ਕੈਪੀਟਲ ਗੁੱਡਸ ਜਾਂ ਇਨਕਰੀਜ਼ ਇਨ ਦਾ ਸਟਾਕ ਆਫ ਕੈਪੀਟਲ, that is called investment। ਜਿਹੜੀ ਤੁਹਾਡੀ ਬੁੱਕ 'ਚ ਡੈਫੀਨੇਸ਼ਨ ਲਿਖੀ ਹੋਈ ਹੈ ਇਨਕਰੀਜ਼ ਇਨ ਦਾ ਵੈਲਿਊ ਆਫ ਸਟਾਕ ਜਾਂ ਇਨਕਰੀਜ਼ ਇਨ ਦਾ ਵੈਲਿਊ ਆਫ ਕੈਪੀਟਲ ਸਟਾਕ, ਠੀਕ ਹੈ ਗੱਲ। ਇਹ ਇਨਵੈਸਟਮੈਂਟ ਦੀ ਡੈਫੀਨੇਸ਼ਨ ਹੈ, ਉਹ ਇਹਦਾ ਮਤਲਬ ਇਹ ਹੈ, ਸਮਝ ਗਏ। ਇਨਵੈਸਟਮੈਂਟ ਦਾ ਮਤਲਬ ਕੀ ਹੈ, ਜਦੋਂ ਤੁਹਾਡੀ ਪਹਿਲਾਂ ਵਾਲੀ ਇਨਵੈਸਟਮੈਂਟ ਦੇ ਵਿੱਚ ਕੁਝ ਵਾਧਾ ਹੋ ਜਾਏ ਉਹਨੂੰ ਤੁਸੀਂ ਇਨਵੈਸਟਮੈਂਟ ਕਹੋਗੇ, ਜੇ ਘਟ ਜੇ ਤਾਂ ਉਹਨੂੰ ਡੀ ਇਨਵੈਸਟਮੈਂਟ ਕਹੋਗੇ, ਡਿਸਇਨਵੈਸਟਮੈਂਟ ਕਹਿ ਦੋ, ਡਿਸਇਨਵੈਸਟਮੈਂਟ, ਠੀਕ ਹੈ ਗੱਲ। ਇਹ ਦੋ ਵਰਡ ਪਤਾ ਲੱਗੇ, ਇਨਵੈਸਟਮੈਂਟ ਤੇ ਡਿਸਇਨਵੈਸਟਮੈਂਟ। ਜੇ ਹੁਣ ਬਾਈ ਚਾਂਸ ਕਿਤੇ ਕਿਸੇ ਟਾਈਮ ਤੇ ਤੁਹਾਡੇ ਤੋਂ ਪੁੱਛ ਲਿਆ ਗਿਆ ਵੀ ਨਿਊਜ਼ਪੇਪਰ ਦੇ ਵਿੱਚ ਆਪਣੇ ਦੇਸ਼ ਦੀ ਸਰਕਾਰ ਨਾ ਜਿਹੜੀ ਹੈ ਉਹ ਡਿਸਇਨਵੈਸਟਮੈਂਟ ਬਹੁਤ ਜ਼ਿਆਦਾ ਕਰ ਰਹੀ ਹੈ, ਕਦੇ ਨਿਊਜ਼ਪੇਪਰ ਪੜ੍ਹਨ ਬੈਠ ਗਏ, ਨਿਊਜ਼ਪੇਪਰ ਦੇ ਵਿੱਚ ਵਰਡ ਆ ਗਿਆ ਡਿਸਇਨਵੈਸਟਮੈਂਟ, ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ, ਠੀਕ ਹੈ ਨਾ। ਦੇਖੋ ਆ ਜਿਹੜਾ ਡਿਸ ਵਰਡ ਹੈ ਨਾ, ਡਿਸ ਵਰਡ ਇਹ ਵੀ ਨਿਰਾਸ਼ਾ ਨੂੰ ਪ੍ਰਗਟ ਕਰਦਾ ਹੈ, ਨਿਰਾਸ਼ਾ, DIS ਡਿਸਅਪੁਆਇੰਟਡ, ਹੈ ਨਾ। ਡੀਗ੍ਰੇਡ, ਡੀ ਇਹ ਵਰਡ ਹੀ ਬੜਾ ਗੰਦਾ ਹੈ, ਡੀ, ਸਮਝ ਗਏ ਗੱਲ। ਇਹ ਬਸ ਡਿਕਰੀਜ਼ ਹੀ ਕਰਦਾ ਸਭ ਕੁਝ, ਠੀਕ ਹੈ ਗੱਲ, ਇਹ ਯਾਦ ਰੱਖਣਾ ਹੈ। ਇਨਵੈਸਟਮੈਂਟ ਮਤਲਬ ਹੁੰਦਾ ਜਦੋਂ ਵੈਲਿਊ ਘਟ ਜਾਂਦੀ ਹੈ, ਇਨਵੈਸਟਮੈਂਟ ਦੀ ਵੈਲਿਊ ਘਟ ਜਾਂਦੀ ਹੈ, ਠੀਕ ਹੈ। ਜਿੰਨੀ ਤੁਸੀਂ ਇਨਵੈਸਟਮੈਂਟ ਕੀਤੀ ਸੀ ਘਟ। ਕਲੀਅਰ ਹੈ ਸਾਰਿਆਂ ਨੂੰ? ਤਾਂ ਇਹਦਾ ਮਤਲਬ ਇਨਵੈਸਟਮੈਂਟ ਦਾ ਮਤਲਬ ਕਲੀਅਰ ਹੋ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਗ੍ਰੋਸ ਹੁੰਦੀ ਹੈ, ਇੱਕ ਨੈਟ ਹੁੰਦੀ ਹੈ। ਜਿੰਨੇ ਦੀ ਤੁਸੀਂ ਚੀਜ਼ ਖਰੀਦ ਕੇ ਲਿਆਏ, ਮੰਨ ਲਓ ਮੈਂ 15,000 ਦਾ ਮੋਬਾਈਲ ਖਰੀਦ ਕੇ ਲਿਆਇਆ ਤਾਂ ਉਹ ਗ੍ਰੋਸ ਇਨਵੈਸਟਮੈਂਟ ਹੈ, ਸਮਝ ਗਏ। ਮੈਂ ਇਹ ਕਹੂੰਗਾ ਕਿ ਗ੍ਰੋਸ ਇਨਵੈਸਟਮੈਂਟ ਦਾ ਮਤਲਬ ਹੁੰਦਾ ਹੈ ਜਿੰਨੇ ਦੀ ਮੈਂ ਉਹ ਚੀਜ਼ ਖਰੀਦ ਕੇ ਲੈ ਕੇ ਆਇਆ ਉਹਦੀ ਐਕਚੁਅਲ ਵੈਲਿਊ ਕੀ ਹੈ ਚੀਜ਼ ਦੀ, ਦੈਟ ਇਜ਼ ਕਾਲਡ ਗ੍ਰੋਸ ਇਨਵੈਸਟਮੈਂਟ, ਠੀਕ ਹੈ। ਨੈਟ ਕੀ ਹੈ, ਜਦੋਂ ਮੈਂ ਇਹਦੇ ਵਿੱਚੋਂ ਡੈਪਰੀਸੀਏਸ਼ਨ ਮਾਈਨਸ ਕਰ ਦੂੰਗਾ ਤਾਂ ਕੀ ਬਣ ਜੂਗਾ ਉਹ ਨੈਟ। ਤਾਂ ਸਾਰਿਆਂ ਨੇ ਇੱਕ ਗੱਲ ਯਾਦ ਰੱਖਣੀ ਹੈ, ਫਾਰਮੂਲਾ ਧਿਆਨ 'ਚ ਰੱਖਣਾ ਹੈ ਕਿ ਗ੍ਰੋਸ ਵਿੱਚੋਂ ਡੈਪਰੀਸੀਏਸ਼ਨ ਮਾਈਨਸ ਕਰ ਦਈਏ ਤਾਂ ਉਹ ਨੈਟ ਆ ਜਾਂਦਾ ਹੈ। ਸਾਰਿਆਂ ਨੂੰ ਕਲੀਅਰ ਹੈ? ਗ੍ਰੋਸ ਚੋਂ ਡੈਪਰੀਸੀਏਸ਼ਨ ਮਾਈਨਸ ਕਰ ਦਈਏ ਤਾਂ ਨੈਟ ਬਣ ਜਾਂਦਾ ਹੈ। ਇਹ ਫਾਰਮੂਲਾ ਨੈਸ਼ਨਲ ਇਨਕਮ ਚੈਪਟਰ 'ਚ ਕੰਮ ਆਊਗਾ, ਇਸ ਕਰਕੇ ਇਹਨੂੰ ਯਾਦ ਰੱਖਣਾ ਹੈ, ਠੀਕ ਹੈ। ਸਾਰਿਆਂ ਨੂੰ ਕਲੀਅਰ ਹੈ? ਨੈਟ ਕੱਢਣ ਦਾ ਤਰੀਕਾ ਪਤਾ ਚੱਲ ਗਿਆ। ਗ੍ਰੋਸ ਦਾ ਮਤਲਬ ਕੀ ਹੁੰਦਾ ਹੈ, ਐਕਚੁਅਲ ਵੈਲਿਊ ਆਫ ਵਟ ਐਸੈਟ, ਠੀਕ ਹੈ ਗੱਲ, ਐਕਚੁਅਲ ਵੈਲਿਊ ਆਫ ਐਸੈਟ। ਕਲੀਅਰ ਹੈ ਸਾਰਿਆਂ ਨੂੰ? ਤਾਂ ਦੋਨੋਂ ਦੇ ਦੋਨੋਂ ਫਾਰਮੂਲਾਸ ਕਲੀਅਰ ਹੋ ਗਏ, ਠੀਕ ਹੈ। ਹੁਣ ਬਾਈ ਚਾਂਸ ਐਗਜ਼ਾਮ 'ਚ ਤੁਹਾਨੂੰ ਆ ਗਿਆ ਕਿ ਗ੍ਰੋਸ ਤੇ ਨੈਟ ਇਨਵੈਸਟਮੈਂਟ ਬਾਰੇ ਲਿਖੋ, ਇੱਕ ਤਾਂ ਤੁਸੀਂ ਇਹਦੀ ਡੈਫੀਨੇਸ਼ਨ ਲਿਖ ਦੋਗੇ, ਇੱਕ ਇਹਦਾ ਫਾਰਮੂਲਾ ਲਿਖ ਦੋਗੇ, ਇੱਕ ਇਹਦੀ ਡੈਫੀਨੇਸ਼ਨ ਲਿਖ ਦੋਗੇ, ਇੱਕ ਇਹਦਾ ਫਾਰਮੂਲਾ ਲਿਖ ਦੋਗੇ, ਬਣ ਗਿਆ ਆਨਸਰ, ਠੀਕ ਹੈ। ਕਲੀਅਰ ਹੈ ਸਾਰਿਆਂ ਨੂੰ? ਫਿਰ ਆਪਾਂ ਗੱਲ ਕਰਦੇ ਹਾਂ ਫਿਕਸਡ ਇਨਵੈਸਟਮੈਂਟ ਦੀ ਐਂਡ ਇਨਵੈਂਟਰੀ ਇਨਵੈਸਟਮੈਂਟ ਦੀ। ਦੇਖੋ ਇਨਵੈਂਟਰੀ ਇਨਵੈਸਟਮੈਂਟ ਮੈंने ਤੁਹਾਨੂੰ ਸ਼ਾਇਦ ਇੱਕ ਵਾਰੀ ਦੱਸਿਆ ਸੀ ਜਦੋਂ ਆਪਾਂ ਨੈਸ਼ਨਲ ਇਨਕਮ ਚੈਪਟਰ ਕਰ ਰਹੇ ਸੀਗੇ। ਇਨਵੈਂਟਰੀ ਇਨਵੈਸਟਮੈਂਟ ਦਾ ਮਤਲਬ ਤੁਹਾਡੇ ਨੂਮੈਰੀਕਲਸ 'ਚ ਆਇਆ ਸੀਗਾ, ਮੇਰੇ ਤੋਂ ਪੁੱਛਿਆ ਸੀ, ਕਮਲ ਤੁਸੀਂ ਪੁੱਛਿਆ ਸੀ ਉਦੋਂ। ਇਨਵੈਂਟਰੀ ਇਨਵੈਸਟਮੈਂਟ ਮੈਂ ਦੱਸਿਆ ਸੀ ਚੇਂਜ ਇਨ ਸਟਾਕ, ਦੱਸਿਆ ਸੀ ਨਾ, ਚੇਂਜ ਇਨ ਸਟਾਕ। ਚੇਂਜ ਇਨ ਸਟਾਕ ਦਾ ਫਾਰਮੂਲਾ ਕੀ ਦੱਸਿਆ ਸੀ, ਕਲੋਜ਼ਿੰਗ ਸਟਾਕ ਮਾਈਨਸ ਓਪਨਿੰਗ ਸਟਾਕ। ਇਹਦੀ ਡਿਸਕਸ਼ਨ ਦੁਬਾਰਾ ਤੋਂ ਫੇਰ ਹੋਊਗੀ ਜਦੋਂ ਆਪਾਂ ਨੈਸ਼ਨਲ ਇਨਕਮ ਚੈਪਟਰ ਕਰਾਂਗੇ, ਠੀਕ ਹੈ ਗੱਲ। ਦੇਖੋ ਕਲੋਜ਼ਿੰਗ ਸਟਾਕ ਓਪਨਿੰਗ ਨਾਲੋਂ ਜ਼ਿਆਦਾ ਹੈ, ਇਹਦਾ ਮਤਲਬ ਪਹਿਲਾਂ ਜਿੰਨਾ ਸਟਾਕ ਸੀ ਉਹਦੇ ਨਾਲੋਂ ਵੱਧ ਗਿਆ। ਜੇ ਵੱਧ ਗਿਆ ਤਾਂ ਇਨਵੈਸਟਮੈਂਟ ਹੋ ਗਈ, ਜੇ ਵੱਧ ਗਿਆ ਤਾਂ ਇਨਵੈਸਟਮੈਂਟ ਹੋ ਗਈ। ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਨਾ ਕਿ ਜੇ ਸਟਾਕ ਵੱਧ ਗਿਆ ਤਾਂ ਇਨਵੈਸਟਮੈਂਟ ਹੈ, ਜੇ ਇਨਵੈਂਟਰੀ ਦਾ ਸਟਾਕ ਵੱਧ ਗਿਆ ਤਾਂ ਇਨਵੈਂਟਰੀ ਇਨਵੈਸਟਮੈਂਟ ਹੈ, ਜੇ ਫਿਕਸਡ ਐਸੈਟ ਦਾ ਸਟਾਕ ਵੱਧ ਗਿਆ ਤਾਂ ਫਿਕਸਡ ਐਸੈਟ ਇਨਵੈਸਟਮੈਂਟ ਹੈ। ਇਹਦਾ ਮਤਲਬ ਫਿਕਸਡ ਇਨਵੈਸਟਮੈਂਟ ਦਾ ਫਾਰਮੂਲਾ ਕੀ ਹੋਊਗਾ, ਫਿਕਸਡ ਇਨਵੈਸਟਮੈਂਟ ਫਿਕਸਡ ਐਸੈਟਸ ਐਟ ਐਂਡ ਆਫ ਦਾ ਈਅਰ, ठीक है, माइनस फिक्स्ड एसेट एट बिगिनिंग ऑफ द ईयर। सारा ਨੂੰ ਫਾਰਮੂਲਾ ਯਾਦ ਹੋ ਜਾਊਗਾ, ਠੀਕ ਹੈ। ਉਵੇਂ ਹੀ ਸਟਾਕ ਦੇ ਵਿੱਚ ਜਿਹੜਾ ਸਾਲ ਦੇ ਐਂਡ ਤੇ ਸਟਾਕ ਹੁੰਦਾ ਉਹਨੂੰ ਕਲੋਜ਼ਿੰਗ ਸਟਾਕ ਕਹਿੰਦੇ ਨੇ, ਜਿਹੜਾ ਸਾਲ ਦੀ ਸਟਾਰਟਿੰਗ 'ਚ ਸਟਾਕ ਹੁੰਦਾ ਉਹਨੂੰ ਓਪਨਿੰਗ ਸਟਾਕ ਕਹਿੰਦੇ ਨੇ, ਔਰ ਦੋਨਾਂ ਦਾ ਡਿਫਰੈਂਸ ਕੀ ਹੁੰਦਾ ਹੈ, ਚੇਂਜ ਇਨ ਸਟਾਕ।
चेंज इन स्टॉक का ही दूसरा नाम की है इन्वेंटरी इन्वेस्टमेंट। समझ आ गई सारे ਨੂੰ? ठीक है, क्लियर है? फॉर्मूले क्लियर हो गए? ਹੁਣ मैं ये दसन लग्या भी फिक्स इन्वेस्टमेंट की की लोड़ है, इन्वेंटरी इन्वेस्टमेंट की की लोड़, ठीक है, यानी कि सिग्निफिकेंस ऑफ बोथ। देखो सब तो पहला तो फीचर्स देखो, फिक्स्ड इन्वेस्टमेंट ਦੇ ਵਿੱਚ ਪੈਸਾ ਸਭ ਤੋਂ ਵੱਧ ਲੱਗਦਾ ਹੈ, ਲੌਂਗ ਟਰਮ ਹੁੰਦੀ ਹੈ, ठीक है ਗੱਲ, ਲੌਂਗ ਟਰਮ ਹੁੰਦੀ ਹੈ, ਡੈਪਰੀਸ਼ੀਏਸ਼ਨ ਲੱਗਦੀ ਹੈ, ਫਿਕਸਡ ਐਸੈਟ ਤੇ ਲੱਗਦੀ ਹੈ ਨਾ ਡੈਪਰੀਸ਼ੀਏਸ਼ਨ। ਫਿਕਸਡ ਐਸੈਟ ਚ ਕੀ ਆ ਜਾਂਦਾ ਹੈ? ਮਸ਼ੀਨਰੀ ਦੀ ਵੈਲਿਊ ਘਟਦੀ ਹੈ कि नहीं घटती? ठीक है, इस करके डेप्रीशिएशन कितने लगती है? फिक्स्ड एसेट पे। क्लियर है? तीन फीचर्स क्लियर हो गए, ठीक है जी। उस तो बाद इन्वेंटरी इन्वेस्टमेंट का फायदा की है, वो बहुत ज़्यादा इंपॉर्टेंट है, इतों तक नोट करो, उस तो बाद मैं थोड़ा समझाता। ठीक, देखो ये जो फिक्स्ड इन्वेस्टमेंट है ਉਹਨੂੰ ਕਰਨ ਦਾ ਇਹ ਫਾਇਦਾ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਚੀਜ਼ ਦੀ ਫਾਰਮ ਚੇਂਜ ਕਰ ਸਕਦੇ ਹੋ, ਇਹਦੇ ਨਾਲ ਫਾਰਮ ਨੂੰ ਚੇਂਜ ਕਰ ਸਕਦੇ ਹੋ। ਇਹਦਾ ਥੋੜਾ ਜਿਹਾ ਹੋਰ ਮਤਲਬ ਦੱਸਦਾ ਮੈਂ, ਤੁਸੀਂ ਪ੍ਰੋਡਕਸ਼ਨ ਕਰ ਸਕਦੇ ਹੋ, ਠੀਕ ਹੈ, ਤੁਸੀਂ ਰॉ ਮਟੀਰੀਅਲ ਨੂੰ ਫਿਨਿਸ਼ਡ ਗੁੱਡਸ ਚ ਕਨਵਰਟ ਕਰ ਸਕਦੇ ਹੋ। ਕਿ ਇਹ ਸਾਰੀਆਂ ਚੀਜ਼ਾਂ ਫਿਕਸਡ ਐਸੈਟ ਦੇ ਨਾਲ ਹੁੰਦੀਆਂ ਕਿ ਨਹੀਂ ਹੁੰਦੀਆਂ? ਫਿਕਸਡ ਇਨਵੈਸਟਮੈਂਟ ਨਾਲ ਹੁੰਦੀਆਂ ਕਿ ਨਹੀਂ ਹੁੰਦੀਆਂ? ਬਿਲਕੁਲ। ਸਮਝ ਗਏ ਗੱਲ? ਤਾਂ ਇਹ ਸਿਗਨੀਫੀਕੈਂਸ ਹੈ ਦੀ ਫਿਕਸਡ ਇਨਵੈਸਟਮੈਂਟ ਦੀ ਕਿ ਇਹ ਸਾਨੂੰ ਪ੍ਰੋਡਕਸ਼ਨ ਕਰਨ ਦੇ ਵਿੱਚ ਹੈਲਪ ਕਰਦੇ ਨੇ। ਸਮਝ ਗਏ? ਕਿਸੇ ਚੀਜ਼ ਦੀ ਫਾਰਮ ਨੂੰ ਬਦਲਣ ਚ ਹੈਲਪ ਕਰਦੀ ਹੈ, ਇਹ ਕਿਸੇ ਚੀਜ਼ ਰॉ ਮਟੀਰੀਅਲ ਨੂੰ ਫਿਨਿਸ਼ਡ ਗੁੱਡਸ ਦੇ ਵਿੱਚ ਕਨਵਰਟ ਕਰਨ ਚ ਹੈਲਪ ਕਰਦੀ ਹੈ। ਸਮਝ ਗਏ ਗੱਲ? ਉਸ ਤੋਂ ਮੇਨ ਜਿਹੜਾ ਹੈਗਾ ਨਾ ਇਨਵੈਂਟਰੀ ਇਨਵੈਸਟਮੈਂਟ ਹੈ, ਜਿਹਦੀ ਐਗਜ਼ਾਮ ਚ ਪੁੱਛੀ ਜਾਂਦੀ ਹੈ, ਇਨਵੈਂਟਰੀ ਇਨਵੈਸਟਮੈਂਟ। ਸਮਝ ਗਏ? ਧਿਆਨ ਨਾਲ ਸੁਣਨਾ ਹੈ। ਦੇਖੋ ਤੁਸੀਂ ਆਪਣੇ ਬਿਜ਼ਨਸ ਚ ਇਨਵੈਂਟਰੀ ਇਨਵੈਸਟਮੈਂਟ ਦਾ ਮਤਲਬ ਹੈ ਸਟਾਕ ਰੱਖਣਾ, यही है ना मतलब। इन्वेंटरी का मतलब की होता स्टॉक, स्टॉक मतलब की होता जो आप संभाल के रख दे, ठीक है। अगर मान लो मेरे को कोई चीज़ पे सी, समान पे सी, मैं उन्होंने वेयर हाउस भंडार घर च ग्राउंड च स्टॉक करके रख लिया, ठीक है। उसका फायदा की होगा? दो फायदे होंगे, ठीक है। एक तो देखो की फायदा होया, मेरे को स्टॉक पे सी, मेरी ना मार्केट में अचानक गुड्स की डिमांड बढ़ गई, मार्केट की होया अचानक गुड्स की डिमांड बढ़ गई। जे मैं डिमांड को पूरा कर दूंगा तो मेरी रैपूटेशन मार्केट बनी रह जूगी। जे मैं डिमांड नहीं पूरी कर सकता तो मेरी मार्केट गुडविल के उत्ते इफेक्ट होगा कि नहीं होगा, क्योंकि मैं लोगों की जरूरत पूरी नहीं कर सकिया, ठीक है। बिजनेस का एक रूल होंदा है, मार्केटिंग का एक रूल होंदा है कि अनलैस और अंटिल तुसी कस्टमर दी जरूरतां दे अकॉर्डिंग उन्होंने समान प्रोवाइड नहीं करते तो थोड़ी मार्केटेबिलिटी के उत्ते इफेक्ट पै जाता है, थोड़ी गुडविल के उत्ते इफेक्ट पै जाता है। समझ गए गल? इस करके कहते मार्केट च डिमांड बढ़ गई, ठीक है। हुण मैं गया, मैं थोड़ा इतने ना एक एक्सट्रा चीज़ दसूगा जिहड़ी थोड़े बिजनेस स्टडी च काम आऊगी, ठीक है गल? वो ध्यान रखना है। डिमांड सपोज करो स्टॉक है जिहड़ा वो मैंने रखा, डिमांड बढ़ गई, ठीक है गल? एक पास तो मैं अज्यूम करदा कि मैं स्टॉक नहीं रखा, एक पास मैं अज्यूम करदा कि मैं स्टॉक रखे। हुण पहला आप ये अज्यूम कर लैंदे हैं कि आप स्टॉक नहीं रखा, मार्केट च डिमांड बढ़ गई तो अल्टीमेटली मैनूं उस डिमांड को पूरा करने वास्ते जाना पऊगा किहदे कोल? सप्लायर्स को। सप्लायर्स को कहूँगा जी सानू रॉ मटीरियल दे दो, असी समान प्रोड्यूस करना है, ठीक है, क्योंकि मेरे समान की बढ़ गई डिमांड बढ़ गई। जेड़ा मेरा सप्लायर है जी तो मैं समान खरीददा उन्हें मैनू जवाब देता, कहता जी मेरे को तो है नहीं हो, मैं तो सारा तुहानू देता। आपां नूं किसी होर कोल जाना पऊगा, जेड़े बंदे तो आप डेली समान नहीं खरीदते, कदे कदाई खरीदते हो, कदे आपां नूं उधार दे दूगा, नहीं दिंदा ना। जे उधार नहीं दिंदा तो अल्टीमेटली आपां नूं इमीडिएटली पैसे की लोड़ है, बिजनेस नूं चलाउण लई इमीडिएटली पैसे की लोड़ है, उस पैसे नूं वर्किंग कैपिटल कहते हैं। की कहते हैं? वर्किंग कैपिटल। काम नूं चलाउण लई पैसे की जेहड़े नूं लोड़ है उहनूं की कहते हैं? वर्किंग कैपिटल। ING चलाउणा, वर्क नूं चलाउणा नाल रिलेटेड जेहड़ी कैपिटल चाहिए दैट इज कॉल्ड वर्किंग कैपिटल। क्लीयर है सर? बिजनेस नूं चलाउण लई वर्किंग कैपिटल की लोड़ सी, वर्किंग कैपिटल का कॉन्सैप्ट ही मैं ਤੁਹਾਨੂੰ ਇਹਦੇ ਵਿੱਚ ਦੱਸਣਾ ਸੀ। ਇਹ ਤੁਹਾਡੇ ਕੰਮ ਆਊਗਾ ਜਦੋਂ ਤੁਸੀਂ ਬਿਜ਼ਨਸ ਸਟੱਡੀ ਕਰੋਗੇ, ਔਰ ਬਿਜ਼ਨਸ ਸਟੱਡੀ ਦਾ ਮੋਸਟ ਟਿਪੀਕਲ ਚੈਪਟਰ ਹੈ ਜਿਹਦੇ ਵਿੱਚ ਇਹ ਚੀਜ਼ ਪੁੱਛੀ ਜਾਂਦੀ ਹੈ, ਠੀਕ ਹੈ ਗੱਲ? ਹੁਣ ਦੇਖੋ ਮੇਰੇ ਕੋਲ ਸਟਾਕ ਪਿਆ,
ਸਟਾਕ ਪਿਆ। ਹੁਣ ਇਹ ਸਟਾਕ ਦੀ ਸਿਗਨੀਫੀਕੈਂਸ ਚਾਹੂਗਾ, ਇਨਵੈਂਟਰੀ ਇਨਵੈਸਟਮੈਂਟ ਦੀ ਸਿਗਨੀਫੀਕੈਂਸ ਇੱਥੋਂ ਹੁੰਦੀ ਹੈ ਸ਼ੁਰੂ। ਮੇਰੇ ਕੋਲ ਸਟਾਕ ਪਿਆ, डिमांड बढ़ गई, मैं स्टॉक यूज किया और डिमांड पूरी करती। स्टॉक का फायदा होया कि होया? ਇਹਦਾ मतलब मैं कह सकता कि इन्वेंटरी इन्वेस्टमेंट हेल्प्स टू फुलफिल द सडन चेंज इन डिमांड। समझ गए? इन्वेंटरी इन्वेस्टमेंट जी है और डिमांड में अचानक सडन जो चेंज आ जाता है उसको पूरा करने में हेल्प करती है। फर्स्ट पॉइंट क्लियर हो गया ना? ठीक है जी। सैकेंड जो इंपॉर्टेंट चीज़ है वो है भी जे मैं पूरी ना कर पाया डिमांड, ठीक है ना, मार्केट से डिमांड तो बढ़ गई पर सप्लाई लिमिटेड है, सप्लाई तो उन्नी है, डिमांड बढ़ गई, प्राइसिस बढ़ जाएंगे। ਜਿਹੜਾ ਸਮਾਨ ਮੇਰੇ ਕੋਲ ਸਟਾਕ 'ਚ ਪਿਆ ਹੈ ਮੈਂ ਜੇ ਉਹਨੂੰ ਸਪਲਾਈ ਕਰਦਾ ਤਾਂ ਸਪਲਾਈ ਵੀ ਵੱਧ ਜੂ, ਵਧੀ ਹੋਈ ਡਿਮਾਂਡ ਦੇ ਨਾਲ ਨਾਲ ਸਪਲਾਈ ਵੀ ਵੱਧ ਜੂਗੀ। ਸਮਝ ਗਏ? ਕਿਉਂਕਿ ਡਿਮਾਂਡ ਤਾਂ ਆਲਰੇਡੀ ਵਧੀ ਪਈ ਹੈ पर सप्लाई ਜਿਹੜੀ ਸੀਗੀ ਆਪਣੀ ਉਹ ਕਾਂਸਟੈਂਟ ਸੀਗੀ, ਉਹ ਕੀ ਸੀ? ਕਾਂਸਟੈਂਟ ਸੀ, ਜਿਸ ਕਰਕੇ ਕੀ ਸੀ? ਪ੍ਰਾਈਸ ਵਧ ਗਈ। ਇਹੀ ਹੋਇਆ ਸੀ। ਪਰ ਜੇ ਸਪੋਜ਼ ਕਰੋ ਡਿਮਾਂਡ ਤਾਂ ਪਹਿਲੇ ਵਧੀ ਪਈ ਹੈ, ਜੇ ਮੈਂ ਨਾਲ ਸਪਲਾਈ ਵੀ ਵਧਾ ਦਾਂ ਤਾਂ ਪ੍ਰਾਈਸਿਸ ਕੀ ਰਹਿ ਜਾਣਗੀਆਂ ਆਪਣੀਆਂ? ਕਾਂਸਟੈਂਟ ਰਹਿ ਜਾਣਗੀਆਂ। ਸਮਝ ਗਏ? ਇਹਦਾ मतलब मैं कह सकता है कि इस इन्वेंटरी इन्वेस्टमेंट हेल्प्स टू स्टेबलाइज, स्टेबलाइज मतलब स्टेबल रखना वट प्राइसिस। ठीक है? तो दो पॉइंट लिखने तुम इन्वेस्टमेंट के और यही दो लिखने। एक तो सडन एमरजेंसी केसिस जो डिमांड बढ़ जाए तो तुम उसको फुलफिल कर सकते हो और अपनी साख अपनी गुडविल उन्होंने बचा सकते हो, अपनी रेपूटेशन जी बिजनेस की उन्होंने बचा सकते हो। ठीक है? एंड सैकेंड कहते जेकर तुम की है प्राइस को स्टेबलाइज करना है तो तुम करोगे इन्वेंटरी इन्वेस्टमेंट। क्लीयर है सारे? इतों तक सारे क्लीयर हो गया? ठीक है। सो जस्ट एक टॉपिक रह गया डेप्रीसीएशन के कॉजेज, जिहदे नाल ही सोडा सैकेंड चैप्टर कंप्लीट हो जाएगा। ठीक है? सैकेंड चैप्टर थोड़ा कंप्लीट हो जाएगा, इन्हें नोट करो। देखो जो डेप्रीसीएशन वाला टॉपिक सी हुण उहदे विच आपां कुछ थोड़ी बहुत गल्लां करनियां, ध्यान नाल सुनना है। देखो जो डेप्रीसीएशन का मतलब तो मैं दसता की हुंदा है जदों किसी कारण करके किसी एसेट की वैल्यू डिगदी है। ठीक है? डेप्रीसीएशन का ना दूसरा नाम होता है कंजम्पशन ऑफ फिक्स्ड कैपिटल। ठीक है? जदों तुसी किसी फिक्स्ड एसेट नूं कंजम्पशन ऑफ फिक्स्ड एसेट, जदों तुसी किसी फिक्स्ड एसेट नूं कंज्यूम करते हो, यूज करते हो, यूज करने के नाल नाल दी वैल्यू गिरूगी कि नहीं गिरूगी? तो उन्होंने असीं की बोलते हैं? डेप्रीसीएशन। ठीक है ना? या एक कई थां ते ना वर्ड लिखा होता है फिक्स्ड कंजम्पशन अलाउंस, फिक्स्ड कंजम्पशन अलाउंस। ਇਹਦਾ मतलब भी यही है फिक्स्ड एसेट की कंजम्पशन करना। समझ गए? और भी ऐसे कई तरह के शब्द मिलणगे, जे तुहानूं जदों भी तुहानूं वो शब्द मिल गया तुसीं आपदे डेप्रीसीएशन वाले कॉन्सैप्ट दे नाल नोट करना। समझ गए? जिथे भी तुसीं नोटिंग की है बस उत्थे नाल नोट करना। जो एग्जाम टाइम तुसीं सामने रखोगे बुक तो तुहानूं वो चीज़ उत्थे पई मिल जूगी, जे पेपर 'च यूज़ करती तो ऑटोमैटिक तुहाडे सामने है। ठीक है? बस बुक नूं पढ़न दा यही तरीका होता है। जदों भी तुहानूं कोई चीज़ किते होर थां ते नवीं लिखी मिलती है तुसीं उहनूं उत्थे उस थां ते नोट करा करो जिथे पहला कीता है। ठीक है? बुक ते नहीं नोट करीदा हुंदा, बुक ते थोड़ा बहुत नोट कर लो, बाला नहीं, पर ज़्यादातर तक ये सारियां चीज़ां एक थां ते नोट करीदियां हुंदियां। ठीक है? समझ गए? उस तो बाद देखो हुण ना डेप्रीसीएशन के जिहड़े कारण है वो आपां करने हैं भी डेप्रीसीएशन के बहुत सारे कारण हो सकते हैं। जिवें सब तो पहला कारण है वेयर एंड टीयर। की मतलब है जी ਇਹਦਾ? वेयर एंड टीयर टुट भज जाना, कोई चीज़ जिहड़ी है जिवें जिवें आप उसनूं यूज़ करी जाते रहने हैं। ठीक है गल? तुसीं भी देखो जदों अपनी बॉडी को लगातार यूज़ करी जा रहे होंगे हो की हुंदा है? थक गए, चार्ज होना पैंदा ना फिर। ठीक है? चार्जिंग काहदे नाल हुंदी है फिर? रेस्ट करके ते रोटी पानी खा के, है ना? फिर ही चार्जिंग होंदी है। अपनी तो चार्जिंग हो जाती है, वो तो बेचारी मशीन है। ठीक है? मशीन की भी चार्जिंग होंदी है, ग्रीसिंग होंदी है ना, ऑयल लगा के, है ना? ग्रीसिंग ऑयल होंदा है वो लगा के तो मशीन भी की हो जाती है, ठीक हो जाती है। मशीन की मेनटेनेंस भी हो जाती है।
पर कोई भी चीज़ है उसकी लाइफ है, सोडी भी लाइफ है एक पर्टिकुलर, एंड आफ्टर दैट जो लाइफ का टाइम पूरा हो गया फिर आपां भी की है जाना पਊਗਾ, आपां भी रिप्लेसमेंट करनी पਊगी, ठीक है। इस बॉडी के विचों किसी होर बॉडी के विच रिप्लेस करना पਊਗਾ, ठीक है। तो जे आप चंगे काम करके गए फिर आपको रिप्लेसमेंट की लोड़ नहीं, ठीक है गल, फिर आप दोबारा जन्म नहीं लवांगे, पता नहीं सारी गल्लां। तो देखो वेयर एंड टीयर का मतलब होंगे जिमें जिमें आप कोई चीज़ यूज करते रहने हैं तो उस चीज़ की वैल्यू घटती रहती है, तो दैट इज कॉल्ड डेप्रिसिएशन। पहला कारण की है वेयर एंड टीयर। सेकंड कारण है जी एक्सीडेंटल डैमेजेस, मतलब ਜਦੋਂ ਤੁਸੀਂ ਕੋਈ ਮਸ਼ੀਨ ਦਾ ਯੂਜ਼ ਕਰ ਰਹੇ ਹੋ ਅਚਾਨਕ, ਠੀਕ ਹੈ ਗੱਲ, ਮਸ਼ੀਨ ਦੇ ਵਿੱਚੋਂ ਦੀ ਸਮਾਨ ਜਾ ਰਿਹਾ ਹੈ, ਯਾਨੀ ਕਿ ਮਸ਼ੀਨ ਚੋਂ ਸਮਾਨ ਰॉ ਮਟੀਰੀਅਲ ਜਾ ਰਿਹਾ ਹੈ ਔਰ ਬਣ ਕੇ ਫਿਨਿਸ਼ ਤਿਆਰ ਹੋਈ ਜਾ ਰਿਹਾ ਹੈ, ਮਸ਼ੀਨ ਦੇ ਚੱਲਦੇ ਹੋਏ ਕੋਈ ਫਾਲਟ ਪੈ ਗਿਆ, ਠੀਕ ਹੈ ਗੱਲ, ਕੋਈ ਫਾਲਟ ਪੈ ਗਿਆ, ਮਸ਼ੀਨ ਰੁਕ ਗਈ, ਖਰਾਬ ਹੋ ਗਈ, ਟੁੱਟ ਗਈ, ਉਹਦੇ ਨਾਲ ਵੀ ਤਾਂ ਉਹਦੀ ਵੈਲਿਊ ਘਟੂਗੀ, ਹੈ ਨਾ, ਉਹਦੇ ਨਾਲ ਵੀ ਤਾਂ ਵੈਲਿਊ ਘਟੂਗੀ, ਸਮਝ ਗਏ। ਹੁਣ ਸਪੋਜ਼ ਕਰੋ ਐਕਟਿਵਾ ਬਾਈਕਸ ਹੁੰਦੀਆਂ, ਸਕੂਟਰੀਜ਼ ਹੁੰਦੀਆਂ, ਹੈ ਨਾ, ਇਹਨਾਂ ਦਾ ਕਈ ਵਾਰੀ ਮੀਟਰ ਖੜ ਜਾਂਦਾ ਹੈ, ਖੜਦਾ ਨਹੀਂ ਖੜਦਾ, ਹੈ ਨਾ, ਮੁੜ ਤੋਂ ਠੀਕ ਹੀ ਨਹੀਂ ਹੁੰਦਾ, ਠੀਕ ਹੋ ਵੀ ਉਹ ਫਿਰ ਖਰਾਬ ਹੋ ਜਾਊ, ਉਹ ਇਹੋ ਜਿਹੀ ਚੀਜ਼ ਆ ਬਸ ਮੀਟਰ। ਜਦ ਮੀਟਰ ਖੜ ਗਿਆ ਤਾਂ ਤੁਸੀਂ ਕੀ ਕਰਦੇ ਹੋ, ਰੀਡਿੰਗ ਪਿੱਛੇ ਕਰਾ ਦਿੰਦੇ ਹੋ, ਕੁਝ ਵੀ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ, ਇਹਦੇ ਨਾਲ ਵੀ ਉਸ ਚੀਜ਼ ਦੀ ਵੈਲਿਊ ਦੇ ਉੱਤੇ ਕੀ ਪੈਂਦਾ ਹੈ, ਇਫੈਕਟ ਪੈਂਦਾ, ਉਹਨਾਂ ਨੂੰ ਅਸੀਂ ਐਕਸੀਡੈਂਟਲ ਡੈਮੇजेस ਕਹਿੰਦੇ ਹਾਂ। ਕਲੀਅਰ ਹੈ ਸਾਰਿਆਂ ਨੂੰ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਐਕਸੀਡੈਂਟਲ ਡੈਮੇजेस ਕਹਿੰਦੇ ਹਾਂ, ਕਲੀਅਰ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਐਕਸਪੈਕਟਿਡ ਐਬਸੋਲਸੈਂਸ। ਆ ਇੱਕ ਵਰਡ ਹੈ ਐਕਸਪੈਕਟਿਡ ਐਬਸੋਲਸੈਂਸ, ਠੀਕ ਹੈ ਗੱਲ, ਬੁੱਕ 'ਚ ਲਿਖਿਆ ਹੋਇਆ ਨਾ ਐਬਸੋਲਸੈਂਸ, ਇਹਦਾ ਮਤਲਬ ਸੁਣੋ। ਐਬਸੋਲਸੈਂਸ ਦਾ ਮਤਲਬ ਹੁੰਦਾ ਹੈ ਵੈਲਿਊ ਦਾ ਗਿਰਨਾ ਜਦੋਂ ਟੈਕਨੋਲੋਜੀ ਬਦਲ ਜੇ। ਜੇ ਬਾਈ ਚਾਂਸ ਪੇਪਰ 'ਚ ਆ ਜੇ ਕਿ ਐਬਸੋਲਸੈਂਸ ਕੀ ਹੁੰਦਾ ਹੈ ਤਾਂ ਤੁਸੀਂ ਕੀ ਲਿਖੋਗੇ, ਡਿਕਰੀਜ਼ ਇਨ ਵੈਲਿਊ ਆਫ ਐਸਟ ਡਿਊ ਟੂ ਚੇਂਜ ਇਨ ਟੈਕਨੋਲੋਜੀ, ਸਮਝ ਗਏ, ਉਹਨੂੰ ਕੀ ਕਹੋਗੇ, ਐਬਸੋਲਸੈਂਸ। ਇਹ ਬੁੱਕ 'ਚ ਲਿਖਿਆ ਹੋਇਆ ਸਭ ਕੁਝ, ਠੀਕ ਹੈ ਗੱਲ, ਉਹਨੂੰ ਕੀ ਕਹੋਗੇ, ਐਬਸੋਲਸੈਂਸ। ਇੱਕ ਵਰਡ ਹੈ ਜੀ ਐਮੋਰਟਾਈਜੇਸ਼ਨ, ਠੀਕ ਹੈ ਗੱਲ, ਐਮੋਰਟਾਈਜੇਸ਼ਨ ਸੁਣਿਆ ਕਦੇ, ਗੁੱਡਵਿਲ ਵੱਧ ਜੇ ਤਾਂ ਐਪਰੀਸੀਏਸ਼ਨ, ਘਟ ਜੇ ਤਾਂ ਐਮੋਰਟਾਈਜੇਸ਼ਨ, ਸਮਝ ਗਏ। ਡਿਕਰੀਜ਼ ਇਨ ਵੈਲਿਊ ਆਫ ਇਨਟੈਂਜੀਬਲ ਐਸੈਟਸ, ਇਨਟੈਂਜੀਬਲ ਐਸੈਟਸ ਕਦੇ ਵੀ ਡੈਪਰੀਸੀਏਟ ਨਹੀਂ ਹੁੰਦੀਆਂ, ਇਨਟੈਂਜੀਬਲ ਐਸੈਟਸ ਹਮੇਸ਼ਾ ਐਮੋਰਟਾਈਜ਼ ਹੁੰਦੀਆਂ, यानी कि amortization word is used for intangible assets, depreciation word is used for tangible assets, obsolescence word is used for tangible assets ਜਦੋਂ ਉਹ ਟੈਕਨੋਲੋਜੀ ਵਿੱਚ ਚੇਂਜ ਹੋਣ ਕਰਕੇ ਵੈਲਿਊ ਵਧਦੀ ਹੈ, ਸਮਝ ਗਏ ਗੱਲ, ਉਹਨੂੰ ਕੀ ਕਹਿੰਦੇ ਆ, obsolescence। ਕਲੀਅਰ ਹੈ ਸਾਰਿਆਂ ਨੂੰ। ਹੁਣ ਐਕਸਪੈਕਟਿਡ obsolescence ਦੇ ਦੋ ਕਾਰਨ ਲਿਖੇ ਹੋਏ ਦੇਖੋ, ਕਹਿੰਦੇ ਚੇਂਜ ਇਨ ਟੈਕਨੋਲੋਜੀ, ਪਹਿਲਾਂ ਕੀ ਚੱਲਦੀਆਂ ਸੀ ਕੈਸੇਟਸ, ਹੁਣ ਕੀ ਚੱਲਦੀਆਂ ਸੀਡੀਜ਼, ਡੀਵੀਡੀਜ਼, ਕੰਪਿਊਟਰ ਆ ਗਏ, ਲੈਪਟਾਪ ਆ ਗਏ, ਹੈ ਨਾ, ਤਾਂ ਪੁਰਾਣੀਆਂ ਚੀਜ਼ਾਂ ਬੰਦ ਹੋ ਗਈਆਂ, ਸਾਡੇ ਘਰੇ ਪਿਆ ਡੈਕ, ਹੁਣ ਆਹ ਟੀਵੀ ਵਿਚਾਰਾ ਪਿਆ, ਚੱਲਦਾ ਚੱਲਦਾ ਹੈ, ਠੀਕ ਹੈ ਗੱਲ, ਇਹ ਹੁਣ ਨਹੀਂ ਚੱਲਦਾ, ਠੀਕ ਹੈ ਗੱਲ, ਮਾਰਕੀਟ 'ਚ ਨਹੀਂ ਚੱਲਦਾ, ਕਿਉਂ ਕੀ ਚੱਲ ਪਿਆ, LCDs, ਫਿਰ ਇਸ ਕਰਕੇ ਕੀ ਹੈ, ਸਾਈਡ ਤੇ ਬਹਿਣਾ ਹੈ, ਦਿਸ ਇਜ਼ ਕਾਲਡ ਐਬਸੋਲਸੈਂਸ। ਤੇ ਨਾ ਹੀ ਹੁਣ ਇਹਨੂੰ ਕੋਈ ਪਰਚੇਜ਼ ਕਰੇ, ਕਿਉਂ ਨਹੀਂ ਕਰਦਾ, ਕਿਉਂਕਿ ਰਿਵਾਜ ਨਹੀਂ ਹੈਗਾ, ਸਮਝ ਗਏ, ਦਿਸ ਇਜ਼ ਕਾਲਡ ਡੈਪਰੀਸੀਏਸ਼ਨ। ਅੱਗੇ ਦੇਖੋ, ਇਹਨੂੰ ਕਹੋਗੇ ਐਕਸਪੈਕਟਿਡ ਐਬਸੋਲਸੈਂਸ, ਇਹ ਤਾਂ ਪਤਾ ਹੀ ਸੀ ਵੀ ਟੈਕਨੋਲੋਜੀ ਬਦਲਣੀ ਆ ਔਰ ਇਹਦਾ ਯੂਜ਼ ਨਹੀਂ ਹੋਣਾ, ਠੀਕ ਹੈ ਗੱਲ। ਫਿਰ ਹੁੰਦਾ ਚੇਂਜ ਇਨ ਡਿਮਾਂਡ। ਹੁਣ ਇੱਕ ਗੱਲ ਦੇਖੋ, ਜਿਹੜੀ ਮਸ਼ੀਨ ਨੇ ਇਹ ਟੀਵੀ ਬਣਾਇਆ ਹੈ, ਠੀਕ ਹੈ, ਇਹਦੀ ਡਿਮਾਂਡ 'ਚ ਚੇਂਜ ਹੋਣ ਨਾਲ ਉਹ ਮਸ਼ੀਨ ਦੀ ਡਿਮਾਂਡ 'ਚ ਵੀ ਚੇਂਜ ਆਇਆ ਕਿ ਨਹੀਂ ਆਇਆ, ਇਹਦਾ ਮਤਲਬ ਉਹ ਵੀ ਕੀ ਹੈ, ਐਕਸਪੈਕਟਿਡ ਐਬਸੋਲਸੈਂਸ। ਕਲੀਅਰ ਹੈ ਸਰ, ਉਹ ਵੀ ਕੀ ਹੈ, ਐਕਸਪੈਕਟਿਡ ਐਬਸੋਲਸੈਂਸ। ਫਿਰ ਇੱਕ ਵਰਡ ਆਪਾਂ ਨੂੰ ਨੈਕਸਟ ਲਿਖਿਆ ਹੋਇਆ ਅਨਐਕਸਪੈਕਟਿਡ ਐਬਸੋਲਸੈਂਸ। ਮੀਂਹ ਆ ਗਿਆ, ਹਨੇਰੀ ਆ ਗਿਆ, ਅਰਥਕੁਏਕਸ ਆ ਗਏ, ਕਿਸੇ ਵੀ ਅਨਨੋਨ ਰੀਜ਼ਨ ਕਰਕੇ ਜਿਹਦੇ ਵਿੱਚ ਤੁਹਾਡਾ ਕੋਈ ਹੱਥ ਨਹੀਂ, ਠੀਕ ਹੈ ਗੱਲ, ਜਿਹਦਾ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਸੀ ਵੀ ਹੋ ਜੂਗਾ। ਤੁਹਾਨੂੰ ਕੀ ਲੱਗਦਾ ਕੱਲ੍ਹ ਨੂੰ ਹੜ੍ਹ ਹੋਣਗੇ, ਮੈਂ ਕਹਿੰਦਾ ਹੜ੍ਹ ਹੋਣਗੇ, ਫਿਰ ਤੁਸੀਂ ਕਹੋਗੇ ਤੁਸੀਂ ਕਿਹੜਾ ਬਾਬਾ ਹੋ, ਬਾਬੇ ਤੋਂ ਦੱਸ ਦਿੰਦੇ ਆ, ਠੀਕ ਹੈ ਗੱਲ, ਚਲੋ ਮੈਂ ਕਹਿੰਦਾ ਹੜ੍ਹ ਹੋਣਗੇ। ਦੇਖੋ ਮੈਨੂੰ ਨਹੀਂ ਪਤਾ ਕਿ ਕੱਲ੍ਹ ਨੂੰ ਹੜ੍ਹ ਆਉਣਗੇ ਕਿ ਨਹੀਂ ਆਉਣਗੇ, ਆ ਗਏ ਤਾਂ ਨੁਕਸਾਨ ਵੀ ਹੋ ਸਕਦਾ ਨਾ, ਇਹ ਤਾਂ ਨਹੀਂ ਹੋਊਗਾ, ਸਮਝ ਗਏ। ਤਾਂ ਇਸ ਤਰ੍ਹਾਂ ਦੇ ਜਿਹੜੇ ਕਾਰਨ ਹੁੰਦੇ ਨੇ ਜਿਹੜੇ ਅਸੀਂ ਐਕਸਪੈਕਟ ਵੀ ਨਹੀਂ ਕਰ ਸਕਦੇ, ਉਹਨਾਂ ਕਰਕੇ ਅਗਰ ਕਿਸੇ ਚੀਜ਼ ਦੀ ਵੈਲਿਊ ਡਿੱਗ ਜੇ ਉਹਨੂੰ ਕੀ ਕਹਿੰਦੇ ਨੇ, ਅਨਐਕਸਪੈਕਟਿਡ ਐਬਸੋਲਸੈਂਸ। ਕਲੀਅਰ ਹੈ, ਉਹਨੂੰ ਕਹਿੰਦੇ ਨੇ
ਅਨਐਕਸਪੈਕਟਿਡ ਅਬਸੋਲਸੈਂਸ। ਅਨਐਕਸਪੈਕਟਿਡ ਅਬਸੋਲਸੈਂਸ ਦੇ ਕੇਸ 'ਚ ਡੈਪਰੀਸ਼ੀਏਸ਼ਨ ਨਹੀਂ ਹੁੰਦੀ ਵੈਲਿਊ, ਕੈਪੀਟਲ ਲਾਸ ਹੀ ਹੋ ਜਾਂਦਾ ਹੈ। ਹੜ ਆ ਗਏ, ਸਮਾਨ ਬਚੂਗਾ ਨਾ, ਉਹ ਕੈਪੀਟਲ ਦਾ ਹੀ ਲਾਸ ਹੋ ਗਿਆ। ਸਾਰਾ ਜਿਹੜਾ ਲਾਇਆ ਹੋਇਆ ਪੈਸਾ ਸੀ ਸਾਰੇ ਦਾ ਕੀ ਹੋ ਗਿਆ, ਲਾਸ ਹੋ ਗਿਆ। ਜੇ ਬਾਈ ਚਾਂਸ ਪੇਪਰ 'ਚ ਕੁਐਸਚਨ ਆਵੇ ਕੈਪੀਟਲ ਲਾਸ ਕੀ ਹੁੰਦਾ, ਤੁਸੀਂ ਕਹੋਗੇ ਜਿਹੜੀ ਚੀਜ਼ ਬਿਲਕੁਲ ਹੀ ਖਤਮ ਹੋ ਜਾਂਦੀ ਹੈ, ਵੈਲਿਊ ਨਹੀਂ ਘਟਦੀ, ਬਿਲਕੁਲ ਹੀ ਖਤਮ ਹੋ ਜਾਂਦੀ ਹੈ, ਐਂਡ देयर इज नो मोर यूज ऑफ दैट इज कॉल्ड कैपिटल लॉस। बस इस तरह के क्वेश्चन खुद बनाने होने चाहिए, कुछ नहीं है। कैपिटल लॉस तो वैसे होगा नहीं, पर ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੈਪੀਟਲ ਲਾਸ ਕੀ ਹੁੰਦਾ ਹੈ। ਜਿਹੜੀ ਕੈਪੀਟਲ ਤੁਸੀਂ ਲਾਈ ਸੀ ਉਹਦਾ ਲਾਸ ਹੋ ਗਿਆ, ਜੋ ਬਿਜ਼ਨਸ ਸੀ ਖਤਮ ਹੋ ਗਿਆ, ਡੁੱਬ ਗਿਆ, ਬਿਲਕੁਲ ਖਤਮ ਹੋ ਗਿਆ। ਕਿਉਂ? ਕਿਉਂਕਿ ਬਾਰਿਸ਼ ਆ ਗਈ ਸੀ, ਬਾਰਿਸ਼ ਬਹੁਤ ਜ਼ਿਆਦਾ ਆ ਗਈ ਸੀ ਔਰ ਜਿਹਦੇ ਕਰਕੇ ਖਤਮ ਹੋ ਗਿਆ। ਠੀਕ ਹੈ। ਹੁਣ ਜੇ ਮੈਂ ਕਹਾਂ ਆਪਣੇ ਇੰਡੀਆ ਦੇ ਵਿੱਚ ਇੱਕ ਵਾਰੀ ਉੱਤਰਾਖੰਡ ਦੇ ਵਿੱਚ ਟ੍ਰੈਜੇਡੀ ਹੋਈ ਸੀ, ਪਤਾ ਹੈ ਉੱਤਰਾਖੰਡ ਦੇ ਵਿੱਚ ਕਿੰਨੀ ਜ਼ਿਆਦਾ ਮਤਲਬ ਕਿ ਕੇਦਾਰਨਾਥ ਦੇ ਵਿੱਚ ਕਿੰਨੀ ਜ਼ਿਆਦਾ ਮਤਲਬ ਕਿ ਆਇਆ ਸੀ ਨਾ, ਟ੍ਰੈਜੇਡੀ ਕਹਿੰਦੇ ਆ ਉਹਨੂੰ ਵੀ ਮੰਦਾਕਿਨੀ ਨਦੀ ਸੀਗੀ, ਉਹ ਮੰਦਾਕਿਨੀ ਨਦੀ ਨਾ ਆਪਣਾ ਵਿਰਾਟ ਰੂਪ ਧਾਰਨ ਕਰ ਲਿਆ ਉਸਨੇ, ਔਰ ਉਹ ਪਾਣੀ ਦੀਆਂ ਛੱਲਾਂ ਬਣ ਆਏ ਉੱਪਰੋਂ ਦੀ ਉੱਠਣ, ਜਿਵੇਂ ਸੁਨਾਮੀ ਆਈ ਹੁੰਦੀ ਹੈ, ਸਮਝ ਗਏ। ਉਹ ਜਿਹੜੀ ਸੁਨਾਮੀ ਹੈ ਨਾ ਉਹਨੇ ਇੰਨਾ ਨੁਕਸਾਨ ਕੀਤਾ, ਘਰਾਂ ਦੇ ਘਰ ਬਹਿ ਗਏ ਸੀਗੇ ਤੇ ਲੋਕ ਬਹੁਤ ਲੱਖਾਂ ਦੇ ਵਿੱਚ ਲੋਕ ਜਿਹੜੇ ਨੇ ਉੱਥੇ ਮਰ ਗਏ ਸੀਗੇ। ਠੀਕ ਹੈ। ਜਿਨ੍ਹਾਂ ਦੀਆਂ ਦੁਕਾਨਾਂ, ਜਿਨ੍ਹਾਂ ਦੇ ਘਰ ਬਹੇ ਉਸ ਪਾਣੀ ਦੇ ਵਿੱਚ ਬਹਿ ਗਏ, ਉਹ ਕੀ ਸੀ ਉਹਨਾਂ ਦਾ ਕੈਪੀਟਲ ਲਾਸ। ਸਮਝ ਗਏ। ਜਦੋਂ ਵੀ ਉੱਥੇ ਠੀਕ ਹੋਇਆ ਸਭ ਕੁਝ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰੀਐਸਟੈਬਲਿਸ਼ਮੈਂਟ ਕਰਨੀ ਪਈ, ਨਾ ਕਿ ਪੁਰਾਣੀ ਚੀਜ਼ ਨੂੰ ਯੂਜ਼ ਕਰ ਸਕਦੇ ਸੀ। ਠੀਕ ਹੈ। ਕਿਉਂਕਿ ਪੁਰਾਣੀ ਚੀਜ਼ ਤਾਂ ਰੁਕ ਗਈ। ਜਦੋਂ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆ ਜੇ ਉਹਨੂੰ ਕਹਿੰਦੇ ਨੇ ਕੈਪੀਟਲ ਲਾਸ। ਜਦੋਂ ਕਿਸੇ ਚੀਜ਼ ਦੀ ਵੈਲਿਊ ਘਟ ਜੇ ਉਹਨੂੰ ਕੀ ਕਹਿੰਦੇ ਨੇ, ਡੈਪਰੀਸੀਏਸ਼ਨ। ਤਾਂ ਇਹਦੇ ਨਾਲ ਹੀ ਤੁਹਾਡਾ ਇਹ ਸੈਕੰਡ ਚੈਪਟਰ ਕੰਪਲੀਟ ਹੈ। ਠੀਕ ਹੈ ਜੀ, ਇਹਦੇ ਨਾਲ ਹੀ ਤੁਹਾਡਾ ਸੈਕੰਡ ਚੈਪਟਰ ਕੰਪਲੀਟ।